ਜਗਬਾਣੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਵरुण ਭੱਟ। ਸੈਨੇਟ ਮੀਟਿੰਗ ਤੋਂ ਪਹਿਲਾਂ ਟੀਚਿੰਗ ਤੇ ਨੌਨ ਟੀਚਿੰਗ ਐਸੋਸੀਏਸ਼ਨ ਵੱਲੋਂ ਜੋ ਆਪਣੀਆਂ ਮੰਗਾਂ ਨੂੰ ਲੈ ਕੇ ਕਾਫੀ ਸਮੇਂ ਤੋਂ ਧਰਨਾ ਪ੍ਰਦਰਸ਼ਨ ਵੀ ਕੀਤਾ ਗਿਆ ਸੀ ਤੇ ਅੱਜ ਵੀ ਇਸ ਬੈਠਕ ਦੇ ਬਾਹਰ ਮੌਜੂਦ ਨੇ। ਗੱਲਬਾਤ ਕਰਾਂਗੇ। ਨੀਰੂ ਜੀ, ਕੀ ਅੰਦਰ ਹੁਣ ਚਰਚਾ ਹੋਈ ਹੈਗੀ ਆ? ਜਿਹੜੇ DUI ਜਾਂ ਹੋਰ ਜਿਹੜੇ ਮੈਂਬਰ ਸਨ ਤੁਹਾਡੀਆਂ ਮੰਗਾਂ ਦੇ ਜਿਨ੍ਹਾਂ ਨੇ ਮੋਹਰ ਲਗਾਉਣੀ ਹੈਗੀ ਆ, ਕੀ ਕਹਿ ਰਹੇ ਨੇ ਹੁਣ? ਸਰ ਇਹ ਹੈ ਕਿ ਜਿਵੇਂ ਹਾਊਸ ਸ਼ੁਰੂ ਹੋਇਆ, ਹਾਊਸ ਸ਼ੁਰੂ ਹੋਣ ਤੋਂ ਪਹਿਲਾਂ ਹੀ ਅਸੀਂ ਵਾਈਸ ਚਾਂਸਲਰ ਨੂੰ ਤੇ ਹਾਊਸ ਨੂੰ ਇਹ ਰਿਕੁਐਸਟ ਕੀਤੀ ਕਿ ਸਾਡੇ 7 ਕਾਲਜ ਦੇ ਏਡਿਡ ਟੀਚਰਸ ਦਾ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਆਪਣੀਆਂ ਕੁਝ ਜਾਇਜ਼ ਮੰਗਾਂ ਨੂੰ ਲੈ ਕੇ ਬਾਹਰ ਖੜਿਆ ਹੋਇਆ ਹੈ। ਜੇ ਅਸੀਂ ਉਹਨਾਂ ਨੂੰ ਸੁਣ ਸਕਦੇ ਹਾਂ ਜਾਂ ਉਹਨਾਂ ਬਾਰੇ ਅਸੀਂ ਡਿਸਕਸ ਕਰ ਸਕਦੇ ਹਾਂ ਤਾਂ ਵਾਈਸ ਚਾਂਸਲਰ ਸਾਹਿਬ ਦਾ ਕਹਿਣਾ ਇਹ ਸੀ ਕਿ ਵੀ ਵਿਲ ਡੈਫੀਨੇਟਲੀ ਬੀ ਡਿਸਕਸਿੰਗ, ਲੇਕਿਨ ਲੈਟ ਦਾ ਏਜੰਡਾ ਟੂ ਬੀ ਟੇਕਨ ਫਰਸਟ। ਤੇ ਡੈਫੀਨੇਟਲੀ ਸਰ ਇਸ ਤੋਂ ਬਾਅਦ ਤਾਂ ਡਿਸਕਸ ਹੋਏਗਾ ਤੇ ਸਾਡੀਆਂ ਮੰਗਾਂ ਬਹੁਤ ਹੀ ਜੈਨੂਅਨ ਹੈ। ਤੁਸੀਂ ਇਹ ਦੇਖੋ ਕਿ ਅੱਜ ਦੀ ਸਟੇਟਮੈਂਟ ਦੇ ਵਿੱਚ ਅਗਰ ਅਸੀਂ ਜਾਈਏ, ਅਸੀਂ UT ਐਡਮਿਨਿਸਟ੍ਰੇਸ਼ਨ ਕਹਿੰਦਾ ਵੀ ਇਹ ਅਸੀਂ ਉਹਦੇ ਲਈ ਰਿਸਪੌਂਸੀਬਲ ਨਹੀਂ ਹੈ। ਤਾਂ ਮੈਨੂੰ ਇਹ ਦੱਸੋ, ਸਰਵਿਸ ਰੂਲ ਨਹੀਂ ਹੈ। ਪਹਿਲੇ ਗੱਲ ਦੱਸੋ, ਪੂਰੇ ਇੰਡੀਆ ਦੇ ਵਿੱਚ ਚੰਡੀਗੜ੍ਹ ਇੱਕ ਐਸੀ UT ਹੈ ਜਿਹਦੇ ਵਿੱਚ CSR ਲਾਗੂ ਨਹੀਂ ਹੈ। ਅਮਿਤ ਸ਼ਾਹ ਜੀ ਨੇ ਜਦੋਂ 25 ਮਾਰਚ ਨੂੰ ਇਹ ਅਨਾਊਂਸਮੈਂਟ ਕੀਤੀ ਤਾਂ ਉਦੋਂ ਸਰਵਿਸ ਕੰਡੀਸ਼ਨ ਰੂਲ ਬਣਾਉਣ ਲਈ ਕਿਹਾ, ਜਿਹੜੇ ਕਿ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੇ ਬਖੂਬੀ ਬਣਾਏ ਵੀ। ਹੁਣ ਤੁਸੀਂ ਇਹ ਦੇਖੋ ਕਿ ਅਗਰ ਇੱਕ ਸਟੇਟ ਦੇ ਕੋਲ ਸਰਵਿਸ ਕੰਡੀਸ਼ਨ ਰੂਲ ਹੈਗੇ ਨੇ, ਕਿਆ ਉਹਨਾਂ ਦੇ EMPLOYEES ਦੇ ਉਹਦੇ ਉੱਪਰ ਇਹ ਇੰਪਲੀਮੈਂਟ ਹੋਣੇ ਚਾਹੀਦੇ? ਬਾਈ ਡਿਫਾਲਟ ਹੋਣੇ ਚਾਹੀਦੇ। ਤੁਸੀਂ ਇਹ ਕਿੱਥੇ ਜਸਟੀਫਾਈ ਕਰ ਸਕਦੇ ਹੋ? ਪੰਜਾਬ ਹੈ, ਪੰਜਾਬ ਦੇ ਆਪਣੇ ਸਰਵਿਸ ਕੰਡੀਸ਼ਨ ਰੂਲ ਹੈ। ਜਿਹੜੇ ਸਰਵਿਸ ਕੰਡੀਸ਼ਨ ਰੂਲ ਹੈ ਉਹ ਸਰਕਾਰੀ ਤੇ ਵੀ ਨੇ ਤੇ ਉਹ ਏਡਿਡ ਤੇ ਵੀ ਨੇ। ਤੇ ਇੱਥੇ ਤੁਸੀਂ ਕਹਿ ਰਹੇ ਹੋ ਸਰਕਾਰੀ ਲਈ ਤਾਂ ਸਾਡੇ ਰੂਲ ਲੱਗਣਗੇ, ਏਡਿਡ ਲਈ ਤੁਸੀਂ ਪੰਜਾਬ ਯੂਨੀਵਰਸਿਟੀ ਦੇ ਨਾਲੋਂ। ਭਈਆ ਫਿਰ ਤੁਸੀਂ 30 ਸਾਲਾਂ ਤੋਂ ਕੀ ਕਰ ਰਹੇ ਸੀ? ਵਾਈ ਯੂ ਰੂਲ ਓਵਰ ਏਡਿਡ ਕਾਲਜਿਸ ਓਵਰ ਟੀਚਿੰਗ ਐਂਡ ਨਾਨ ਟੀਚਿੰਗ ਇਸ਼ੂਜ਼? ਸਾਡੀਆਂ ਐਡਵਰਟਾਈਜ਼ਮੈਂਟ ਤੁਹਾਡੇ ਤੋਂ ਥਰੂ ਕਿਉਂ ਗਈਆਂ? ਤੁਹਾਡਾ ਜਿਹੜਾ DHE ਨੋਮੀਨੀ ਸਾਡੀ ਸਿਲੈਕਸ਼ਨ ਕਮੇਟੀ 'ਚ ਕਿਉਂ ਸੀ? ਤੁਹਾਡਾ ਸਬਜੈਕਟ ਐਕਸਪਰਟ ਕਿਉਂ ਸੀ? ਕੈਸ ਦੇ ਵਿੱਚ ਤੁਹਾਡੇ ਐਕਸਪਰਟਸ ਕਿਉਂ ਸੀ? ਕਿਉਂ ਸਾਡੀ ਅਪਰੂਵਲ ਤੁਸੀਂ ਦਿੰਦੇ ਸੀਗੇ? ਕਿਉਂ ਸਾਡੀਆਂ ਕੈਸ ਪ੍ਰਮੋਸ਼ਨਾਂ ਤੁਸੀਂ ਕਰਦੇ ਸੀ? ਇਹ ਸਾਡੇ ਸਵਾਲ ਨੇ ਜਵਾਬ ਨੂੰ। ਦੂਸਰੀ ਬਾਰ ਅਸੀਂ ਐਡਵਾਈਜ਼ਰ ਨੂੰ ਵੀ ਮਿਲੇ, ਅਸੀਂ ਸੈਕਟਰੀ ਐਜੂਕੇਸ਼ਨ ਨੂੰ ਵੀ ਮਿਲੇ, ਅਸੀਂ DHE ਨੂੰ ਵੀ ਮਿਲੇ। ਹਰ ਟਾਈਮ ਅਪਾਰਟ ਫਰੋਮ देयर ਮੀਟਿੰਗਸ ਅਸੀਂ ਉਹਨਾਂ ਦੇ ਡਿਪਾਰਟਮੈਂਟਸ ਦੇ ਵਿੱਚ ਉਹਨਾਂ ਦੇ ਆਫਿਸ ਜਦੋਂ ਮੀਟਿੰਗ ਕੀਤੀ, ਇੱਥੇ ਸਿੰਡੀਕੇਟਸ ਵੀ ਆ ਕੇ ਉਹ ਕਹਿੰਦੇ ਰਹੇ ਕਿ ਇਹਨਾਂ ਦੇ ਡਿਊਜ਼ ਨੇ, ਇਹਨਾਂ ਨੂੰ ਮਿਲ ਜਾਣੇ, ਐਵਰੀਥਿੰਗ ਇਜ਼ ਇਨ ਰਾਈਟ ਡਾਇਰੈਕਸ਼ਨ। ਲੇਕਿਨ ਲਾਸਟ ਦੇ ਵਿੱਚ ਇਹ ਚਿੱਠੀ ਕੱਢ ਰਹੇ ਨੇ ਜਿੱਥੇ ਇਹ ਕਹਿ ਰਹੇ ਕਿ ਪੇ ਸਕੇਲ ਵਗੈਰਾ ਤਾਂ ਹੈਗੇ ਨੇ, ਲੇਕਿਨ ਜਿਹੜੀਆਂ ਤੁਹਾਡੀਆਂ ਏਜ ਦਾ ਜਿਹੜਾ ਇਸ਼ੂ ਹੈ ਉਹ ਪੰਜਾਬ ਯੂਨੀਵਰਸਿਟੀ ਨੇ ਕਰਨਾ ਡਿਸਾਈਡ। ਤੇ ਪੰਜਾਬ ਯੂਨੀਵਰਸਿਟੀ ਨੇ ਤਾਂ ਪਹਿਲਾਂ ਹੀ ਸਿੰਡੀਕੇਟ 19 ਦਸੰਬਰ 2022 ਦੀ, ਮੈਨੂੰ ਤੁਹਾਡੇ ਚੈਨਲ ਨੂੰ ਰਿਕੁਐਸਟ ਹੈ ਤੁਸੀਂ ਯੂਨੀਵਰਸਿਟੀ ਤੋਂ CD ਮੰਗੋ, ਉਹ 'ਚ ਤੁਸੀਂ ਦੇਖ ਸਕਦੇ ਹੋ ਕਿ ਇਹ ਸਿੰਡੀਕੇਟ ਪੂਰਾ ਹਾਊਸ ਇਸ ਨੂੰ ਕਹਿ ਰਿਹਾ ਕਿ ਲੈਟ ਦਿਸ UT ਜਿਹੜੇ ਸਰਵਿਸ ਕੰਡੀਸ਼ਨ ਰੂਲਸ ਟੂ ਬੀ ਐਂਡੋਰਸਡ, ਅਡੋਪਟਡ ਐਂਡ ਪ੍ਰਿੰਸੀਪਲੀ ਇੰਪਲੀਮੈਂਟਡ ਔਨ ਦਾ ਕਾਲਜਿਸ। ਔਰ ਪ੍ਰਿੰਸੀਪਲੀ ਜਦੋਂ ਅਸੀਂ ਕਿਸੇ ਚੀਜ਼ ਨੂੰ ਅਡੋਪਟ ਕਰਦੇ ਤੁਸੀਂ ਇਨਫੋਰਮ ਕਰਨਾ ਹੁੰਦਾ, ਕਿਉਂਕਿ ਉਹਦੇ ਵਿੱਚ ਤਾਂ UT ਕਹਿ ਰਿਹਾ ਕਿ ਤੁਸੀਂ ਇਹਨੂੰ ਐਂਡੋਰਸ ਕਰੋ ਐਂਡ ਉਸ ਤੋਂ ਬਾਅਦ ਨੈਸੈਸਰੀ ਐਕਸ਼ਨ ਲਓ। ਤਾਂ ਹੁਣ ਜਦੋਂ ਨੈਸੈਸਰੀ ਐਕਸ਼ਨ ਲੈ ਰਹੀ ਹੈ ਯੂਨੀਵਰਸਿਟੀ, ਤੁਸੀਂ ਉਹਨਾਂ ਨੂੰ ਕਿਹਾ ਅਸੀਂ ਤੁਹਾਨੂੰ ਚਿੱਠੀ ਦੇ ਰਹੇ ਹਾਂ। ਜਦੋਂ ਅਗਲੇ ਦਿਨ ਤੁਸੀਂ ਚਿੱਠੀ ਕੱਢਦੇ ਹੋ ਤਾਂ ਏਡਿਡ ਕਾਲਜਿਸ ਦਾ ਨਾਮ ਹੀ ਹਟਾ ਦਿੰਦੇ ਹੋ। ਜਦ ਏਡਿਡ ਕਾਲਜ ਦੇ ਟੀਚਰਸ ਤੁਹਾਡੇ ਕੋਲ ਜਾਂਦੇ ਨੇ, ਤੁਸੀਂ ਕਹਿੰਦੇ ਹੋ ਕਿ ਟਾਈਪਿੰਗ ਐਰਰ ਹੈ, ਇਹ 2 ਦਿਨ 'ਚ ਠੀਕ ਹੋ ਜਾਏਗਾ। ਅੱਜ 2 ਮਹੀਨੇ ਹੋ ਗਏ। ਇਹਦਾ ਮਤਲਬ ਸਰਕਾਰ ਦੀ ਨਾ ਤਾਂ ਨੀਅਤ ਠੀਕ ਸੀ ਨਾ ਨੀਅਤ ਹੀ ਠੀਕ ਸੀ। ਸੈਨੇਟ ਮੈਂਬਰ ਕੀ ਕਹਿ ਰਹੇ ਨੇ ਇਸ ਚੀਜ਼ ਨੂੰ ਲੈ ਕੇ, ਕਿਉਂਕਿ ਤੁਸੀਂ ਹਰ ਇੱਕ ਨੂੰ ਮੈਮੋਰੈਂਡਮ? ਸਰ ਸੈਨੇਟ ਮੈਂਬਰਸ ਆਰ ਆਲ ਟੁਗੇਦਰ, ਦੇ ਆਰ ਇਨ ਫੇਵਰ ਆਫ ਕਾਲਜਿਸ, ਕਿਉਂਕਿ ਉਹ ਇੱਥੇ ਦਾ ਹੀ ਪਾਰਟ ਨੇ। ਕਿਸੇ ਵੀ ਕੋਈ ਵੀ ਇੰਡੀਆ ਦੇ ਵਿੱਚ ਕੋਈ ਇੱਕ ਸਟੇਟ ਐਸੀ ਨਹੀਂ ਹੈ ਜਿੱਥੇ ਇੱਕੋ ਕੇਡਰ ਦੇ ਉੱਪਰ ਅਲੱਗ-ਅਲੱਗ ਸਟੇਟਸ ਦੇ ਨਿਯਮ ਫੋਲੋ ਕਰਨ। ਦੂਸਰਾ, ਅਗਰ ਅਸੀਂ ਪੰਜਾਬ ਯੂਨੀਵਰਸਿਟੀ ਦੇ ਨਾਲ ਹੈ, ਇਹਨਾਂ ਨੇ ਤਾਂ MHA ਕੋਲ 2011-12 ਦੀ ਇਹਨਾਂ ਦੀ ਗਈ ਹੋਈ ਹੈ ਔਰ ਕਲੈਰੀਫਿਕੇਸ਼ਨ ਲਈ ਕਿ ਇਹਨਾਂ ਦੀ ਏਜ 65 ਹੈ। ਔਰ ਉਸੀ ਦੇ ਅਵਜ਼ ਦੇ ਵਿੱਚ ਅਗਰ ਕੋਈ ਯੂਨੀਵਰਸਿਟੀ ਦਾ ਟੀਚਰ 60 ਸਾਲ ਤੇ ਰਿਟਾਇਰ ਹੋ ਰਿਹਾ, ਉਹਨੂੰ 65 ਸਾਲ ਕੰਟੀਨਿਊਸ਼ਨ ਕਰਨ ਦੀ ਪਰਮਿਸ਼ਨ ਮਿਲਦੀ ਹੈ, ਕੋਰਟ ਤੋਂ ਵੀ ਸਟੇ ਮਿਲ ਜਾਂਦਾ ਹੈ। ਔਰ ਹੁਣ ਤਾਂ ਇਹ ਕੰਟੀਨਿਊ ਕਰ ਹੀ ਰਹੇ ਹੈ, ਤਾਂ ਇਹਦਾ ਮਤਲਬ ਉਹ ਬਾਈ ਡਿਫਾਲਟ ਸਾਡੇ ਤੇ ਵੀ ਲਾਗੂ ਹੋ ਗਿਆ। ਅਸੀਂ ਤਾਂ ਅਗਰ ਯੂਨੀਵਰਸਿਟੀ ਦੇ ਨਾਲ ਹੈ ਤਾਂ ਜਿਹੜੇ ਸਾਡੇ ਨਾਨ ਟੀਚਿੰਗ ਜਿਹੜੇ ਸਾਥੀ ਹੈ ਉਹਨਾਂ ਨੂੰ ਵੀ ਉਹਨਾਂ ਦੇ ਡਿਊਜ਼ ਮਿਲਣੇ ਚਾਹੀਦੇ ਹੈ, ਤੇ ਜਿਹੜੇ ਸਾਡੇ ਟੀਚਿੰਗ ਵਾਲੇ ਸਾਥੀ ਹੈ ਉਹਨਾਂ ਨੂੰ ਵੀ ਬਾਈ ਡਿਫਾਲਟ ਐਂਡ ਐਸਥੈਟਿਕਲੀ ਬਾਈ ਗੁੱਡ ਰੈਸ਼ਨਲਾਈਜੇਸ਼ਨ ਲੀਗਲੀ ਸਾਨੂੰ ਸਾਡੇ ਰਾਈਟ ਮਿਲਣੇ ਚਾਹੀਦੇ ਹੈ। ਵੀ ਆਰ ਵੈਰੀ ਵੈਲ ਐਲੀਜੀਬਲ, capable and entitled to have the CSR in totality as per, ਕਿਉਂਕਿ UGC ਦਿੰਦੀ ਹੈ ਪੈਰਿਟੀ, ਸਾਨੂੰ ਆਪਣੀ ਪੈਰਿਟੀ ਚਾਹੀਦੀ ਹੈ ਜਿਹੜੀ ਪਹਿਲਾਂ ਸੀ। ਜੀ ਤੁਸੀਂ ਨੌਨ ਟੀਚਿੰਗ ਦੀ ਗੱਲ ਕੀਤੀ, ਇਹ ਵੀ ਸਾਡੇ ਨਾਲ ਮੌਜੂਦ ਨੇ। ਤੁਹਾਡਾ ਆਲਮੋਸਟ ਓਕੇ ਹੋ ਚੁੱਕਿਆ ਹੈਗਾ, ਪਰ ਉਹ ਕਿਸੇ ਸਹੀ ਮੌਕੇ ਦਾ ਇੰਤਜ਼ਾਰ ਕਰ ਰਹੇ ਨੇ। ਕਿਹੜੇ ਮੌਕੇ ਦਾ ਇੰਤਜ਼ਾਰ ਕਰ ਰਹੇ ਨੇ? ਉਹ ਜਦ ਤੱਕ ਨੋਟੀਫਿਕੇਸ਼ਨ ਨਹੀਂ ਆਂਦੀ ਤਦ ਤੱਕ ਅਸੀਂ ਕੁਝ ਨਹੀਂ ਕਹਿ ਸਕਦੇ ਕਿ ਕਿਹੜੇ ਮੌਕੇ ਦਾ ਇੰਤਜ਼ਾਰ ਕਰ ਰਹੇ। ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਕਰ ਰहा है, ये गेम प्ले कर रहा है। ਜੇ ਉਹ ਕਹਿ ਰਹੇ हैं कि गेम प्ले कर, मैं दस रहा ਤੁਹਾਨੂੰ पंजाब टोटल एडेड कॉलेज नॉन टीचिंग की 95% जो नॉन टीचिंग मेंबर्स हैं उनकी पूरे सर्विस टाइम में केवल एक प्रमोशन होती है। पंजाब यूनिवर्सिटी में एम्प्लॉइज AR कंडक्ट, असिस्टेंट रजिस्ट्रार कंडक्ट, DR कंडक्ट, लैब स्टाफ के जो हैं लैब सुपरिटेंडेंट ग्रेड 1 तक प्रमोशन होकर रिटायर होती है। अगर ये कह रही चंडीगढ़ एडमिनिस्ट्रेशन जो पंजाब यूनिवर्सिटी डिसाइड करेगी वो हम मानेंगे। नहीं टाइम तक सो रहे थे, हमें पंजाब यूनिवर्सिटी के बराबर सैलरी क्यों नहीं दी?
हमें पंजाब यूनिवर्सिटी के बराबर प्रमोशनें क्यों नहीं दी? पंजाब यूनिवर्सिटी में हर 4 साल बाद नॉन टीचिंग की प्रमोशन है। एक बंदा क्लर्क से लगता है, असिस्टेंट रजिस्ट्रार या डिप्टी रजिस्ट्रार तक उसकी प्रमोशन होती है, उसके बाद रिटायर होता है। जो बंदा लैब स्टाफ में है उसको टेक्निकल ग्रेड मिलता है पंजाब यूनिवर्सिटी में। हमें तो कोई टेक्निकल ग्रेड है ही नहीं। हमें चंडीगढ़ के गवर्नमेंट कॉलेजेस को जो पंजाब सर्विस रूल लागू होता है चंडीगढ़ एडमिनिस्ट्रेशन ने, वही नॉन टीचिंग के ऊपर भी किया हुआ है अभी तक। अब CSR की बात है, माननीय देश के हमारे जो गृह मंत्री साहब अनाउंस करके गए हैं, चंडीगढ़ के एम्प्लॉइज़ को ऊपर सभी को CSR लागू होना चाहिए। हमारी डिमांड ये है कि हमें CSR लागू करके दो चीज़ें नहीं हो सकती ना। ये एक तो ये हमें सैलरी इतनी कम देते हैं, जो रूल अडॉप्ट कर रहे हैं चंडीगढ़ के गवर्नमेंट कॉलेजेस के ऊपर, हमें ऊपर अगर ये PU के लिए कह रहे हैं तो PU में हमारी सैलरी में ज़मीन आसमान का फ़र्क है, हमारी प्रमोशनों में ज़मीन आसमान का फ़र्क है। एडेड कॉलेज नॉन टीचिंग के, सॉरी मैं फिर से रिपीट कर रहा हूँ, नॉन टीचिंग में एडेड कॉलेजेस की 95% या 99% मैं कहूँगा केवल पूरी सर्विस में एक प्रमोशन होती है। पंजाब यूनिवर्सिटी की नॉन टीचिंग एम्प्लॉइज़ की कई सारी प्रमोशनें हैं। जी की कह रहे ਸਰ ਮੈਂ ਇੱਕ ਹੋਰ ਚੀਜ਼ ਮੈਂਸ਼ਨ ਕਰਨਾ ਚਾਹੂੰਗੀ। ਹਰੇਕ ਸਟੇਟ ਦੇ ਵਿੱਚ ਨਾ 85-15 ਦਾ ਕੋਟਾ ਚੱਲਦਾ ਹੈ ਔਰ UT ਦੇ ਵਿੱਚ ਨਾ ਹੱਲੇ ਤੱਕ 60-40 ਦਾ ਕੋਟਾ ਚੱਲਦਾ ਹੈ। ਔਰ ਸਰਕਾਰੀ ਮਹਿਕਮੇ 'ਚ ਕੀ ਹੈ ਕਿ ਇਹਦੇ ਵਿੱਚ ਨਾ ਡੈਪੂਟੇਸ਼ਨ ਦਾ ਪ੍ਰੋਸੀਜਰ ਹੈ, ਕੋਈ ਅਪਰੋਚ ਨਾਲ ਆਉਂਦਾ ਕੋਈ ਸਰ। ਤਾਂ ਸ਼ੁਰੂ ਤੋਂ ਆਪਣੇ ਪੰਜਾਬ ਗਵਰਨਮੈਂਟ ਦੇ ਰੂਲਸ ਦੇ ਅਕੋਰਡਿੰਗ ਚੱਲ ਰਿਹਾ। ਨਹੀਂ ਸਰ, ਗਵਰਨਮੈਂਟ ਦੇ ਰੂਲਸ ਲਈ ਚੱਲਦਾ ਹੈ, ਲੇਕਿਨ ਅਗਰ ਪੰਜਾਬ 'ਚ ਵੀ ਤੁਸੀਂ ਦੇਖੋ ਤਾਂ 85-15 ਦਾ ਕੋਟਾ ਹੈ ਨਾ, ਤੇ ਇੱਥੇ ਹਾਲੇ 60-40 ਦਾ ਕੋਟਾ ਚੱਲ ਰਿਹਾ ਹੈ। ਔਰ ਇੱਥੇ ਅਪਰੋਚ ਦੇ ਸਿਸਟਮ ਨਾਲ ਲੋਕੀ ਡੈਪੂਟੇਸ਼ਨ ਤੇ ਆਉਂਦੇ ਨੇ। ਇੱਥੇ ਜਿਹੜੀ ਸਰਕਾਰੀ ਕਾਲਜ ਹੈ ਤੁਸੀਂ ਦੇਖੋ, ਅਸੀਂ ਸਰ ਤੁਹਾਡੇ ਚੈਨਲ ਦੇ ਰਾਹੀਂ UT ਐਡਮਿਨਿਸਟ੍ਰੇਸ਼ਨ ਨੂੰ ਕਵਾਂਗੇ ਕਿ ਤੁਸੀਂ ਕੋਈ ਤਾਂ ਨੋਟੀਫਿਕੇਸ਼ਨ ਸਰਕਾਰੀ ਕਾਲਜਾਂ ਦੀ ਕੱਢੀ ਹੋਵੇ, ਉਹਨੂੰ ਪਬਲਿਕ ਕਰੋ, ਉਹਨੂੰ ਛੁਪਾ ਕੇ ਕਿਉਂ ਰੱਖਿਆ। ਦੂਸਰੀ ਗੱਲ, ਇਹਨਾਂ ਨੇ ਕਿਹਾ ਕਿ ਸਾਡੇ ਇੱਥੇ 58 ਵਾਲਿਆਂ ਦੀ ਏਜ 65 ਹੋ ਗਈ, ਲੇਕਿਨ ਜਿਹੜਾ ਬੰਦਾ ਡੈਪੂਟੇਸ਼ਨ ਤੇ ਪੰਜਾਬ ਵਾਲਾ ਜਾਂ ਹਰਿਆਣਾ ਵਾਲਾ ਹੈ, ਉੱਥੇ ਤਾਂ ਦੋਨੋਂ ਸਰਕਾਰਾਂ 58 ਤੇ ਰਿਟਾਇਰ ਕਰ ਰਹੀਆਂ ਨਾ। ਤੇ ਇੱਥੇ ਜਿਹੜੇ ਡੈਪੂਟੇਸ਼ਨ ਦੇ ਬੰਦੇ ਨੇ, ਕਿਆ ਉਹਨਾਂ ਨੂੰ 58 ਤੋਂ ਬਾਅਦ ਰਿਲੀਵ ਕੀਤਾ ਗਿਆ? ਅਗਰ ਰਿਲੀਵ ਕੀਤਾ ਗਿਆ ਉਹਦੀ ਇਨਫੋਰਮੇਸ਼ਨ ਸਾਨੂੰ ਦੇਵੇ। ਜੇ ਉਹ ਕੰਟੀਨਿਊ ਕਰ ਰਹੇ ਹੈ, ਉਹ ਕਿਸ ਪ੍ਰੋਵੀਜ਼ਨ ਦੇ ਅੰਡਰ ਕਰ ਰਹੇ, ਵੇਅਰ ਦੇ ਆਰ ਨਾਟ ਇੰਟਾਈਟਲਡ, ਕਿਉਂਕਿ ਉਹਨਾਂ ਦੀ ਜਿਹੜੀ ਪੈਰੈਂਟ अपॉइंटमेंट बॉडी है दैट इज़ ईदर द पंजाब और द अदर गवर्नमेंट जितों वो डिप्यूट हो रखे ने। तो ये भी साड़ी है सरकार नूं चेतावनी, जे उन्होंने, क्योंकि ये बहुत बड़ा लीगल ऑफेंस है कि अगर तुसी ਜਿਹੜਾ ਬੰਦਾ ਇੰਟਾਈਟਲਡ ਨਹੀਂ ਹੈ 58 ਤੋਂ ਬਾਅਦ ਉਹਨੂੰ ਕੰਟੀਨਿਊ ਕਰਵਾ ਰਹੇ ਹੋ, ਵਾਟ ਬੈਨੀਫਿਟਸ ਐਂਡ ਔਨ ਵਾਟ ਸਰਕਮਸਟੈਂਸਿਸ, ਔਨ ਵਾਟ ਰੈਸ਼ਨਲਾਈਜੇਸ਼ਨ ਯੂ ਆਰ ਗਿਵਿੰਗ ਦ ਬੈਨੀਫਿਟਸ, ਉਹ ਵੀ ਸਾਨੂੰ ਡਾਟਾ ਜਿਹੜਾ ਹੈ ਉਹ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ, ਪੰਜਾਬ ਗਵਰਨਮੈਂਟ ਦੋਨੋਂ ਦੇ। ਜੇਕਰ 0R ਦੇ ਵਿੱਚ ਵੀ ਹੁਣ ਤੁਹਾਡਾ ਇਹ ਮਸਲਾ ਨਹੀਂ ਉੱਠਦਾ ਹੈਗਾ ਤਾਂ ਅਗਲਾ ਤੁਹਾਡਾ ਐਕਸ਼ਨ ਪਲਾਨ ਕੀ ਰਹਿਣ ਵਾਲਾ ਹੈਗਾ? ਕਿਉਂਕਿ ਕਾਫੀ ਮੈਂਬਰਸ ਵੀ ਤੁਹਾਡੇ ਹਾਮੀ ਭਰ ਰਹੇ ਨੇ, ਜਿਵੇਂ ਤੁਸੀਂ ਪੁਰਾਣੀ ਮੀਟਿੰਗਾਂ ਦਾ ਵੀ ਕਹਿ ਰਹੇ ਹੋ ਕਿ ਉਹ ਚੀਜ਼ਾਂ ਵੀ ਚੱਕ ਕੇ ਦੇਖ ਲਵੋ। ਜੇਕਰ ਨਹੀਂ ਹੁੰਦਾ ਅਗਲਾ ਤੁਹਾਡਾ ਕੀ ਰਹੇਗਾ? ਸਰ ਪਹਿਲੀ ਗੱਲ ਤਾਂ ਹੈ ਕਿ ਫਿਰ ਅਸੀਂ ਪੂਰੀ ਯੂਨੀਵਰਸਿਟੀ ਅਥਾਰਟੀਜ਼ ਨੂੰ ਵੀ ਮਿਲਾਂਗੇ। ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੇ ਤਾਂ ਆਪਣੇ ਵੱਲੋਂ ਮੇਅਰ ਜੀ ਨੂੰ ਵੀ ਭੇਜਤਾ ਸੀ, ਤੇ ਸਾਨੂੰ ਹੁਣ ਸਮਝ ਆ ਰਿਹਾ ਹੈ ਕਿ ਫॉर ਵਾਟ ਹੀ ਵਾਸ ਸੈਂਟ, ਕਲੀਅਰ। ਔਰ ਦੂਸਰੀ ਗੱਲ ਹੈ ਫਿਰ ਅਸੀਂ MHA ਨੂੰ ਅਸੀਂ ਵੀ ਵਿਲ ਟਰਾਈ ਆਵਰ ਲੈਵਲ ਬੈਸਟ, ਕਿਉਂਕਿ ਅਗਰ ਇੱਥੇ ਜਿਹੜੀ ਗਵਰਨਮੈਂਟ ਹੈ ਉਹ BJP ਸਰਕਾਰ ਹੈ, ਅਸੀਂ BJP ਸਰਕਾਰ ਦੇ ਰਾਹੀਂ, ਉਹਨਾਂ ਦੇ ਮਾਧਿਅਮ ਦੇ ਰਾਹੀਂ MHA ਨੂੰ ਰਿਕੁਐਸਟ ਕਰਾਂਗੇ ਕਿ ਉਹ ਜਿਹੜੀਆਂ ਇਹ ਗਲਤੀਆਂ ਹੋ ਰਹੀਆਂ ਨੇ, ਅਸੀਂ ਤਾਂ ਇਹਨਾਂ ਨੂੰ ਗਲਤੀ ਕਵਾਂਗੇ। ਕਿਉਂਕਿ ਦੇਖੋ ਮਾਨਨੀय ਯੋਗ MHA ਮਿਨਿਸਟਰ ਜਿਹੜੇ ਅਮਿਤ ਸ਼ਾਹ ਜੀ ਬਿਲਕੁਲ ਨੁਮਾਇੰਦੇ ਹੈਗੇ ਨੇ, ਤੇ ਉਹ ਅਨਾਊਂਸਮੈਂਟ ਕਰ ਚੁੱਕੇ ਨੇ। ਔਰ ਤੁਸੀਂ ਸਰਵਿਸ ਕੰਡੀਸ਼ਨ ਰੂਲ ਬਣਾ ਕੇ ਤੁਸੀਂ ਇਹ ਕਿਵੇਂ ਕਹਿ ਸਕਦੇ ਹੋ ਕਿ ਸਰਕਾਰੀ ਸਾਡੇ ਨੇ, ਏਡਿਡ ਕਾਲਜ ਸਾਡੇ ਨਹੀਂ ਹੈ? ਔਨ ਵਾਟ ਬੇਸਿਸ? ਕਿਤੇ ਕਿਵੇਂ ਕਹਿ ਸਕਦੇ ਨੇ? ਜੇ ਇਹਨਾਂ ਦੇ ਨਹੀਂ ਹੈ ਤਾਂ ਪੰਜਾਬ ਦੋਨਾਂ ਨੂੰ ਗੋਦੀ 'ਚ ਰੱਖ ਕੇ ਕਿਉਂ ਬੈਠਾ ਹੋਇਆ ਹੈ? ਸਰਕਾਰੀ ਨੂੰ ਵੀ ਤੇ ਏਡਿਡ ਨੂੰ ਵੀ ਉਹਨਾਂ ਨੇ ਰੂਲ ਦੋਨਾਂ ਲਈ ਪਾਸ ਕੀਤੇ ਨੇ। ਇੱਥੇ ਇੱਕੋ ਹੀ ਤਰ੍ਹਾਂ ਦੇ ਰੂਲ ਸਿਰਫ ਗਵਰਨਮੈਂਟ ਕਾਲਜਿਸ ਲਈ, ਤੇ ਜੇ ਬਣਾਏ ਨੇ, ਕੋਈ ਨੋਟੀਫਿਕੇਸ਼ਨ ਨਿਕਲੀ ਹੈ ਕਿਤੇ, ਸਾਨੂੰ ਦਿਓ ਨਾ। ਤਾਂ ਇਹ ਸਨ ਨੌਨ ਟੀਚਿੰਗ ਤੇ ਟੀਚਿੰਗ ਸਟਾਫ ਐਸੋਸੀਏਸ਼ਨ ਦੇ ਮੈਂਬਰ ਸਾਫ਼ ਤੌਰ ਤੇ ਕਹਿੰਦੇ ਨਜ਼ਰ ਆ ਰਹੇ ਨੇ, ਜੇਕਰ ਸੈਨੇਟ ਇਹਨਾਂ ਦੀਆਂ ਮੰਗਾਂ ਨਹੀਂ ਮੰਨਦੀ ਤਾਂ ਇਹ ਫਿਰ ਸਰਕਾਰ ਦੇ ਨੁਮਾਇੰਦਿਆਂ ਕੋਲੇ ਅਪਰੋਚ ਕਰਨਗੇ। ਜੇਕਰ ਫਿਰ ਵੀ ਕੋਈ ਹੱਲ ਨਹੀਂ ਹੁੰਦਾ ਤਾਂ ਇਹ ਆਪਣੇ ਲੈਵਲ ਤੇ ਜਿੰਨਾ ਵੀ ਹੋ ਸਕਦਾ ਉਸ ਤਰੀਕੇ ਨਾਲ ਪ੍ਰੋਟੈਸਟ ਜਿਹੜਾ ਹੈਗਾ ਉਹ ਕਰਦੇ ਰਹਿਣਗੇ। ਵੀਡੀਓ ਜਰਨਲਿਸਟ ਹਰਜਿੰਦਰ ਸਿੰਘ ਦੇ ਨਾਲ ਜਗਬਾਣੀ ਲਈ ਵਰੁਣ ਭੱਟ।